ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਾਫੀ ਸਮੇਂ ਤੋਂ ਕੁਝ ਨਿੰਦਕ ਬੜਾ ਇਹ ਪ੍ਰਚਾਰ ਕਰ ਰਹੇ ਨੇ ਵੀ ਨਾਨਕਸਰ ਦੀ ਮਰਿਆਦਾ, ਜੋ ਕਿ ਬਾਬਾ ਆਨੰਦ ਸਿੰਘ ਜੀ ਦੀ ਮਰਿਆਦਾ ਆਪਾਂ ਕਹਿ ਸਕਦੇ ਹਾਂ, ਕਿਉਂਕਿ ਬਾਬਾ ਆਨੰਦ ਸਿੰਘ ਜੀ ਨੇ ਬਣਾਈ ਹੈ, ਉਸ 'ਤੇ ਬੜੇ ਸਵਾਲ ਚੁੱਕ ਰਹੇ ਨੇ ਵੀ ਇਹ ਇਹਨਾਂ ਦੀ ਮਨਮਤ ਹੈ। ਸੋ ਆਪਾਂ ਉਸ ਵਿਸ਼ੇ 'ਤੇ ਕੁਛ ਵਿਚਾਰ ਕਰਦੇ ਹਾਂ। ਸੋ ਆਪਾਂ ਦੇਖਦੇ ਹਾਂ ਵੀ ਕਿੰਨੀ ਕੁ ਮਨਮਤ ਹੈ ਜਾਂ ਗੁਰਮਤ ਹੈ। ਸੋ ਨਿੰਦਕ ਤੇ ਸੰਤ, ਪਹਿਲਾਂ ਆਪਾਂ ਇਸ ਵਿਸ਼ੇ 'ਤੇ ਥੋੜ੍ਹੀ ਜਿਹੀ ਗੱਲ ਕਰੀਏ, ਕਿਉਂਕਿ ਜਿਹੜਾ ਤਾਂ ਸਾਡਾ ਸਰੀਰ ਹੈ, ਸਾਡਾ ਜਿਹੜਾ ਚੰਮ ਆ, ਇਹ ਦੋਨਾਂ ਦਾ ਹੀ ਸੇਮ ਹੁੰਦਾ। ਦੇਖਣੀ ਪਾਖਣੀ ਇੱਕੋ ਜਿਹੇ ਹੁੰਦੇ ਆ, ਉਹਨਾਂ ਦੀ ਵੀ ਦੋ ਅੱਖਾਂ, ਉਹਨਾਂ ਦੀ ਵੀ ਦੋ ਅੱਖਾਂ, ਸਾਰਾ ਕੁਝ ਸਰੀਰ ਦਾ ਢਾਂਚਾ ਸੇਮ ਹੈ, ਪਰ ਫਰਕ ਹੈ ਸਾਡੀ ਸੋਚਣੀ ਦਾ, ਸਾਡੀ ਬਿਰਤੀ ਦਾ, ਸਾਡੀ ਭਾਵਨਾ ਦਾ। ਸਰੀਰ ਸੰਤ ਦਾ ਵੀ ਮਰਦਾ, ਸਰੀਰ ਨਿੰਦਕ ਦਾ ਵੀ ਮਰਦਾ। ਸਖਤ ਪੁਰਸ਼ ਦੋਹਾਂ ਦਾ ਸਰੀਰ ਮਰਦਾ, ਪਰ ਨਿੰਦਕ ਦਾ ਸਰੀਰ ਮਰਨ ਦੇ ਨਾਲ ਨਾਲ ਉਸ ਦਾ ਨਾਮ ਵੀ ਮਰ ਜਾਂਦਾ। ਪਰ ਜਿਹੜਾ ਸੰਤ ਹੈ, ਉਹਦਾ ਇਕੱਲਾ ਸਰੀਰ ਮਰਦਾ, ਨਾਮ ਨਹੀਂ ਮਰਦਾ, ਕਿਉਂਕਿ ਬਾਣੀ ਦਾ ਫਰਮਾਨ ਹੈ, ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਜਾਂ ਤਾਂ ਨਾਮ ਨੇ ਰਹਿਣਾ, ਜਾਂ ਸਾਧੂ ਨੇ ਰਹਿਣਾ, ਜਾਂ ਉਸ ਗੁਰੂ ਅਕਾਲ ਪੁਰਖ ਨੇ ਰਹਿਣਾ। ਇਹ ਤਿੰਨ ਚੀਜ਼ਾਂ ਸਦਾ ਨੇ। ਬਾਕੀ ਜਿਹੜੇ ਨਿੰਦਕ ਆ, ਉਹ ਬਥੇਰੇ ਆਏ ਤੇ ਬਥੇਰੇ ਗਏ। ਹੁਣ ਪਿਛਲੀਆਂ ਕੁਛ ਵੀਡੀਓ ਦੇ ਵਿੱਚ ਵੀ ਆਪਾਂ ਕਲੀਅਰ ਕੀਤਾ ਸੀ ਬਾਬਾ ਆਨੰਦ ਸਿੰਘ ਜੀ ਦੀ ਮਰਿਆਦਾ ਦੇ, ਕਿਸ ਤਰ੍ਹਾਂ ਉਹਨਾਂ ਨੇ ਮਰਿਆਦਾ ਬਣਾਈ, ਪਰ ਫਿਰ ਵੀ ਇਹ ਆਪਣੀ ਪੂਛ ਨੂੰ ਬੜੇ ਦਿੰਦੇ ਨੇ। ਨਿੱਕੀ ਨਿੱਕੀ ਗੱਲ ਤੇ ਇਹਨਾਂ ਨੂੰ ਕੋਈ ਨਾ ਕੋਈ ਕਿੰਤੂ ਪਰੰਤੂ ਕਰੀ ਜਾਣਾ, ਸੰਤੁਸ਼ਟੀ ਨਹੀਂ ਹੁੰਦੀ। ਹਰ ਇੱਕ ਚੀਜ਼ ਤੇ ਤਰਕ, ਕਦੇ ਇਹਨਾਂ ਨੇ ਆਪਣੇ ਮਾਂ-ਪਿਓ ਤੇ ਵੀ ਤਰਕ ਕੀਤਾ ਹੋਏ ਤਾਂ ਇਹਨਾਂ ਨੂੰ ਪਤਾ ਲੱਗੇ। ਸੋ ਆਪਾਂ ਸ਼ੁਰੂ ਕਰਦੇ ਹਾਂ। ਬਾਬਾ ਆਨੰਦ ਸਿੰਘ ਜੀ ਛੋਟੀ ਅਵਸਥਾ ਤੋਂ ਹੀ ਗੁਰੂ ਨਾਨਕ ਦੇ ਚਰਨਾਂ ਨਾਲ ਬੜਾ ਪ੍ਰੇਮ ਸੀ। ਲਗਨ ਲੱਗੀ ਉਹਨਾਂ ਦੇ ਵੱਡੇ ਭਾਈ ਸਾਹਿਬ ਬਾਬਾ ਭਗਤ ਸਿੰਘ ਜੀ, ਗਿਆਨਵਾਨ ਸੀ, ਵਿਦਵਾਨ ਸੀ। ਉਹ ਜਨਮ ਸਾਖੀ ਦੀ, ਉਹ ਸਾਖੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਸੁਣਾਇਆ ਕਰਦੇ ਸੀ, ਕਥਾ ਕਰਿਆ ਕਰਦੇ ਸੀ। ਸੋ ਕਿਉਂਕਿ ਬਾਣੀ ਦਾ ਫਰਮਾਨ ਹੈ, ਗੁਰ ਸਾਖੀ ਜੋਤ ਪ੍ਰਗਟ ਹੋਈ। ਜਦੋਂ ਆਪਾਂ ਗੁਰੂ ਦੀਆਂ ਗੱਲਾਂ ਸੁਣਦੇ ਹਾਂ ਨਾ, ਗੁਰੂ ਦੀਆਂ ਸਾਖੀਆਂ ਸੁਣਦੇ ਹਾਂ, ਤਾਂ ਸਾਡੇ ਅੰਦਰ ਭਾਵਨਾ, ਪ੍ਰੀਤ ਉਪਜਦੀ ਆ, ਭਗਤੀ ਉਪਜਦੀ ਆ। ਗੁਰ ਸਾਖੀ ਜੋਤ ਪ੍ਰਗਟ ਹੋਈ, ਜੋਤ ਪ੍ਰਗਟ ਹੁੰਦੀ ਹੈ। ਭਾਵ ਕਿ ਹੁਣ ਦੇਖਿਆ ਜਾਵੇ ਤਾਂ ਕਹਿ ਦਿੰਦੇ ਆ ਵੀ ਪਰਮਾਤਮਾ ਸਭ ਦੇ ਵਿੱਚ, ਮੰਨਦੇ ਵੀ ਆ ਸਭ ਦੇ ਵਿੱਚ, ਹਰ ਇੱਕ ਜਗ੍ਹਾ ਪਰਮਾਤਮਾ। ਕਿੱਥੇ ਨਹੀਂ ਪਰਮਾਤਮਾ? ਹਰ ਇੱਕ ਜੀਵ ਦੇ ਵਿੱਚ ਪਰਮਾਤਮਾ। ਪਰ ਹੁਣ ਇਸ ਚੀਜ਼ ਨੂੰ ਨਿੰਦਕ ਨਹੀਂ ਲੈਂਦੇ, ਕਿਉਂਕਿ ਇਹ ਉਹਨਾਂ ਦੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਨੇ। ਕਿਉਂਕਿ ਹੱਥ ਨਾ ਉੱਪੜੇ ਥੂ ਕੌੜੀ, ਇਹ ਤਾਂ ਭਾਈ ਅੰਗੂਰ ਖੱਟੇ ਨੇ। ਜਦੋਂ ਹੱਥ ਨਹੀਂ ਪਹੁੰਚਦਾ ਤਾਂ ਅੰਗੂਰ ਹਮੇਸ਼ਾ ਖੱਟੇ ਹੋ ਜਾਂਦੇ ਨੇ। ਹੱਥ ਪਹੁੰਚੂਗਾ, ਤੋੜੂਗਾ, ਖਾ ਕੇ ਦੇਖੂਗਾ, ਫੇਰ ਹੀ ਪਤਾ ਲੱਗੂਗਾ ਨਾ ਵੀ ਅੰਗੂਰ ਖੱਟੇ ਆ ਜਾਂ ਮਿੱਠੇ ਆ। ਸੋ ਦੇਖੇ ਨਾਲ ਹੀ ਕਹਿ ਦਿੰਦੇ ਵੀ ਹਾਂ ਵੀ ਨਹੀਂ ਆਪਣੀ ਪਹੁੰਚ ਤੋਂ ਬਾਹਰ, ਆਪਾਂ ਹੁਣ ਖੱਟੇ ਕਰਾਰ ਦਿੰਦੇ ਉਹਨਾਂ ਨੂੰ। ਸੋ ਧਰਤੀ ਦੇ ਹੇਠਾਂ, ਸਾਰੀ ਧਰਤੀ ਦੇ ਹੇਠਾਂ ਪਾਣੀ ਆ, ਪਰ ਜਿੱਥੇ ਬੋਰ ਆ, ਕੋਈ ਨਲਕਾ ਲੱਗਿਆ, ਕੋਈ ਮੋਟਰ ਲੱਗੀ ਆ, ਪ੍ਰਗਟ ਉੱਥੇ ਆ। ਪਰਮਾਤਮਾ ਸਾਡੇ ਸਭ ਦੇ ਵਿੱਚ ਆ, ਪਰ ਹੈ ਉੱਥੇ ਜਿੱਥੇ ਉਹ ਪ੍ਰਗਟ ਹੈ। ਜਿਹੜੇ ਉਸ ਪਰਮਾਤਮਾ ਨੂੰ ਮੰਨਦੇ ਨੇ, ਉਸ ਪਰਮਾਤਮਾ ਨੂੰ ਸਿਮਰਦੇ ਨੇ, ਉਸ ਦਾ ਨਾਮ ਜਪਦੇ ਨੇ, ਪ੍ਰਗਟ ਉੱਥੇ ਹੀ ਹੈ। ਕਹਿਣ ਨੂੰ ਸਾਰੇ ਕਹਿ ਦਿੰਦੇ ਆ ਪਰਮਾਤਮਾ ਸਾਡੇ ਵਿੱਚ ਆ, ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਪੰਕਤੀ ਨੂੰ ਬਹੁਤ ਹੀ ਲੋਕ ਪੜ੍ਹਦੇ ਨੇ,
ਮੰਨਦੇ ਵੀ ਨੇ ਜਿਹੜੇ ਅੱਜ ਕੱਲ੍ਹ ਦੇ ਕੁਛ ਵਿਦਵਾਨ ਨੇ, ਮੰਨਦੇ ਵੀ ਨੇ ਵੀ ਹਾਂ ਵੀ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਵੀ ਆਪਣਾ ਆਪ ਨੂੰ ਪਛਾਣ। ਪਰ ਆਪਣਾ ਮੂਲ ਪਛਾਣਨ ਦੀ ਗੱਲ ਕੀਤੀ ਹੈ ਨਾ, ਜੋ ਸਰੂਪ ਤਾਂ ਤੂੰ ਹੈਗਾ ਹੀ ਆ। ਧਰਤੀ ਦੇ ਹੇਠਾਂ ਸਾਰੇ ਪਾਣੀ ਆ, ਬੋਰ ਹੋਣਾ ਜ਼ਰੂਰੀ ਹੈ, ਫੇਰ ਹੀ ਤੁਹਾਡੀ ਪਿਆਸ ਬੁਝੇਗੀ। ਤੁਹਾਡੇ ਅੰਦਰ ਪ੍ਰਮਾਤਮਾ ਤੁਹਾਡੇ ਪ੍ਰਗਟ ਹੀ ਹੈ ਨਹੀਂ, ਸੋ ਤੁਹਾਡੀਆਂ ਉਹ ਥੋਥੀਆਂ ਗੱਲਾਂ ਦਾ ਫਾਇਦਾ ਕੀ ਹੈ। ਸੋ ਛੋਟੇ ਹੁੰਦੇ ਤੋਂ ਲਗਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਲੱਗੀ। ਸੋ ਛੋਟੀ ਅਵਸਥਾ ਦੇ ਵਿੱਚ ਹੀ ਚੁੱਪ-ਚਾਪ ਰਹਿੰਦੇ ਸੀ। ਸੋ ਪਿੰਡ ਦੇ ਜਿਹੜੇ ਨਾਲ ਦੇ ਬੱਚੇ ਸੀ, ਖੇਡਦੇ ਸੀ, ਸਾਥੀ ਸੀ, ਦੋਸਤ ਸੀ, ਉਹ ਬਾਬਾ ਕਹਿ ਕੇ ਬੁਲਾਉਂਦੇ ਸੀ। ਇੱਕ ਜਿਵੇਂ ਕਹਿੰਦੇ ਵੀ ਅੱਲ ਪੈ ਗਈ ਹੁੰਦੀ ਹੈ, ਵੀ ਜਿਵੇਂ ਹਰੇਕ ਹੀ ਕੋਈ ਨਾ ਕੋਈ ਪਿੰਡ ਦੇ ਵਿੱਚ ਨਾਮ ਮਸ਼ਹੂਰ ਹੁੰਦਾ, ਤਾਂ ਇਹਨਾਂ ਨੂੰ ਸ਼ੁਰੂਆਤੀ ਦੌਰ 'ਚ ਹੀ ਬਾਬਾ ਕਹਿ ਕੇ ਬੁਲਾਇਆ ਜਾਂਦਾ ਸੀ। ਹੁਣ ਬਾਬਾ ਕੋਈ ਪਦਵੀ ਨਹੀਂ ਹੈ, ਇਹਨੂੰ ਅੱਜ ਕੱਲ੍ਹ ਪਦਵੀ ਦੇ ਤੌਰ 'ਤੇ ਲਿਆ ਜਾਂਦਾ ਵੀ ਹਾਂ ਵੀ ਬਾਬਾ ਹੋ ਗਏ, ਸਾਨੂੰ ਪਦਵੀ ਮਿਲ ਗਈ। ਹਰੇਕ ਹੀ ਬਾਬਾ, ਹਰੇਕ ਹੀ ਕੋਈ ਵੀ ਸੇਵਾਦਾਰ, ਕੋਈ ਵੀ ਪੈਰੋਕਾਰ ਬਣ ਕੇ ਖੁਸ਼ ਨਹੀਂ ਹੈ। ਸਾਰਿਆਂ ਨੂੰ ਬਾਬਿਆਂ ਦੀ, ਬਾਬਾ ਸ਼ਬਦ ਬੜਾ ਪਿਆਰਾ ਲੱਗਦਾ ਵੀ ਬਾਬੇ ਬਣ ਗਏ ਸੀ, ਬਾਬਾ ਲਿਖਾਈਏ। ਸੋ ਬਾਬਾ ਨੰਦ ਸਿੰਘ ਜੀ ਵੀ ਅਕਸਰ ਕਿਹਾ ਕਰਦੇ ਵੀ ਨਹੀਂ ਭਾਈ, ਮੈਂ ਤਾਂ ਕੋਈ ਬਾਬਾ ਨਹੀਂ, ਮੈਂ ਤਾਂ ਹਜੇ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ। ਸੋ ਪਰ ਫਿਰ ਵੀ ਜਿਹੜੇ ਨਾਲ ਦੇ ਸਾਥੀ ਉਹ ਬਾਬਾ ਕਹਿ ਕੇ ਬੁਲਾਇਆ ਕਰਦੇ ਛੋਟੇ, ਕਿਉਂਕਿ ਇਹ ਆਪਣਾ ਮਸਤ ਰਿਹਾ ਕਰਦੇ ਸੀ, ਕਿਉਂਕਿ ਛੋਟੀ ਉਮਰੇ ਪ੍ਰੀਤ ਉਪਜੀ ਸੀ ਨਾ। ਹੁਣ ਬਾਣੀ ਨੇ ਕਈ ਥਾਈਂ ਜ਼ਿਕਰ ਕੀਤਾ। ਹੁਣ ਦੇਖਿਆ ਜਾਵੇ ਤਾਂ ਬਾਬਾ ਸ਼ਬਦ ਛੋਟੀ ਉਮਰਦਿਆਂ ਨੇ ਵੀ ਲੱਗਿਆ, ਕਿਉਂਕਿ ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਵੱਡੀ ਹੈ। ਬਾਬੇ ਦਾ ਅਰਥ ਹੈ ਵੱਡਾ, ਬਜ਼ੁਰਗੀ ਕਹਿ ਦਿੰਦੇ ਆਪਾਂ ਜਿਹਨੂੰ। ਬਜ਼ੁਰਗੀ ਉਮਰ ਨਹੀਂ ਹੁੰਦੀ, ਬਜ਼ੁਰਗੀ ਗਿਆਨ ਦੀ ਹੁੰਦੀ ਆ। ਨਾਮ ਜਪਿਓ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਧਰੂ ਪ੍ਰਹਿਲਾਦ ਨੇ ਜਪਿਆ ਸੀ, ਉਸੇ ਤਰ੍ਹਾਂ ਨਾਮ ਜਪੋ। ਹੁਣ ਕਿਸੇ ਵੱਡੀ ਉਮਰ ਦੇ ਬੰਦੇ ਦੀ ਤਾਂ ਗੱਲ ਕੀਤੀ ਨਹੀਂ, ਉਹ ਤਾਂ 5-5 ਸਾਲ ਦੇ ਸੀ ਸਾਰੇ। ਇੱਕ 5 ਸਾਲ ਦਿਆਂ ਨੂੰ ਬਾਬੇ ਦੀ ਪਦਵੀ ਮਿਲੀ ਆ। ਉਹਨਾਂ ਦੀ ਬਜ਼ੁਰਗੀ ਦੇਖੋ ਕਿੱਡੀ ਵੱਡੀ ਆ। 8ਵੇਂ ਪਾਤਸ਼ਾਹ, ਉਹਨਾਂ ਦੀ ਦੁਨਿਆਵੀ ਉਮਰ ਦੇਖ ਲਓ ਕਿੰਨੀ ਕੁ ਸੀ। ਕਿਤੇ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਆਪਾਂ ਬਾਬਾ ਕਹਿ ਕੇ ਸੰਬੋਧਨ ਕਰਦੇ ਹਾਂ। ਸੋ ਇਹ ਬਾਬੇ ਦਾ ਕਿਸੇ ਪਦਵੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਇੱਕ ਬਜ਼ੁਰਗੀ ਹੁੰਦੀ ਹੈ ਜਿਹੜੀ ਕਿ ਉਮਰ ਦਾ ਕੋਈ ਲੈਣਾ ਦੇਣਾ ਇਸ ਦੇ ਨਾਲ ਨਹੀਂ ਹੈ। ਇਹ ਗਿਆਨ ਦੀ ਗੱਲ ਹੈ। ਜਿਸ ਨੂੰ ਪ੍ਰਮਾਤਮਾ ਨੇ ਬਖਸ਼ਿਆ ਉਹ ਛੋਟੀ ਉਮਰ 'ਚ ਹੀ ਬਾਬੇ ਬਣ ਗਏ। ਸੋ ਆਪਾਂ ਗੱਲ ਅੱਗੇ ਤੋਰਦੇ ਹਾਂ ਵੀ ਮਰਿਆਦਾ, ਇਹ ਕਹਿੰਦੇ ਵੀ ਇਹਨਾਂ ਦੀ ਮਨਮਤ ਤੁਰੀ ਹੋਈ ਆ, ਇਹ ਆਪੋ ਧਾਪ ਹੀ ਬਣਾਈ ਬੈਠੇ ਆ। ਸੋ ਪਹਿਲੀ ਗੱਲ ਤਾਂ ਆਪਾਂ ਜੇ ਜ਼ਿਕਰ ਕਰੀਏ ਵੀ ਜਦੋਂ ਬਾਬਾ ਜੀ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਗਏ ਨੇ, ਸੋ ਉੱਥੇ ਕਾਫੀ ਸਮਾਂ ਬਾਬਾ ਜੀ ਨੇ ਗਾਗਰ ਦੀ ਸੇਵਾ ਕੀਤੀ ਹੈ, ਕਿਉਂਕਿ ਸੇਵਾ ਕੀਤੀ ਬਗੈਰ ਨਹੀਂ ਕੁਛ ਮਿਲਦਾ। ਗੁਰੂ ਨਾਨਕ ਸਾਹਿਬ ਜੀ ਨੇ ਵੀ ਜਦੋਂ ਬੇਈ ਨਦੀ ਦੇ ਵਿੱਚ ਚੁੱਭਾ ਲਾਇਆ ਸੀ, ਮੂਲ ਮੰਤਰ ਉਚਾਰਿਆ ਸੀ, ਤਾਂ ਬੜੀ ਕਮਾਈ ਕੀਤੀ ਉਸ ਤੋਂ ਬਾਅਦ। ਸੋ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਸੀ, ਉਸ ਅਕਾਲ ਪੁਰਖ ਦੇ ਸਰਗੁਣ ਸਰੂਪ ਸੀ। ਹੁਣ ਕਈ ਇਸ 'ਤੇ ਵੀ ਲੈ ਲੈਂਦੇ ਨੇ ਵੀ ਗੁਰੂ ਨਾਨਕ ਸਾਹਿਬ, ਇਹ ਪਿੱਛੇ ਜੇ ਕਮੈਂਟਾਂ ਦੇ ਵਿੱਚ ਵੀ ਉਹ ਸੰਤ ਇੱਕ ਇਹਨਾਂ ਦਾ ਹੈਗਾ ਰਾਮਪਾਲ, ਉਹਦੇ ਚੇਲੇ ਬੜੇ ਆਉਂਦੇ ਆ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਚੇਲੇ ਦੇ ਤੌਰ 'ਤੇ ਬੜਾ ਪੇਸ਼ ਕਰਦੇ ਨੇ। ਪਤਾ ਨਹੀਂ ਉਹਨਾਂ ਨੂੰ ਕੀ ਮਿਲਦਾ। ਸੰਤ ਕਬੀਰ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕਹਿੰਦੇ ਨੇ, ਬੜਾ ਕੁਛ ਕਹਿੰਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਦੇ ਭਗਤ ਕਬੀਰ ਜੀ ਨੂੰ ਕੁਛ ਬੋਲਿਆ। ਅਸੀਂ ਤਾਂ ਉਹਨਾਂ ਦੀ ਉਪਮਾ ਕਰੀ ਦੀ ਆ, ਕਦੇ ਕੋਈ ਵੱਡਾ ਛੋਟਾ ਕੁਛ ਲਫ਼ਜ਼ ਬੋਲਿਆ। ਇਹ ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਕਬੀਰ ਪੰਥੀ ਸ਼ਾਇਦ ਕਹਿੰਦੇ ਨੇ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਚੇਲੇ ਦੇ ਤੌਰ 'ਤੇ ਪੇਸ਼ ਕਰ ਰਹੇ ਨੇ। ਬਾਣੀ ਦਾ ਫਰਮਾਨ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਾਰਿਆਂ ਨਾਲੋਂ ਹੀ ਵੱਡਾ।
ये सब दा बापू है। गुरु नानक कहते, मैनू सवाल किया, कहते भी गुरु नानक साहब जी का गुरु केड़ा। सो मोड़ घोड़ के मैंने पता लग गया सी भी ये कौन आ। इन्हू मोड़ घोड़ के लिया भी उत्थे ही जो इन्हों के रामपाल होनी कहते ने उत्थे ही मोड़ घोड़ के लिया। सो फिर वो जवाब गुरु नानक साहब जी की कृपा नाल दिता भी गुरु नानक साहब जी का गुरु निर्गुण स्वरूप सी, अपना ही निर्गुण स्वरूप जो अकाल पुरख सी वो गुरु नानक साहब जी का गुरु सी। सो कहने लगे भी ये की चक्कर पै गया भी निर्गुण स्वरूप गुरु किवें, एक सरगुण का गुरु केड़ा, निर्गुण ही है। जितने भी अवतार होए ने सारियां दा गुरु निर्गुण स्वरूप है, निरंकार आकार जोत। सो कहने लगे कि मैं मैं कभी मूल मंत्र दे विच जिक्र आउंदा सैभं अपने आप तो प्रकाश है। गुरु नानक साहब जी का गुरु कौन सी, आपे आप निरंजन सोए, ये गुरु नानक साहब जी का गुरु सी। सो आपां मुड़ के विषय ते आउंदे आ। सो श्री हजूर साहब जी तो सेवा की, काफ़ी टाइम उत्थों प्रभावित होए भी किस तरह सचखंड दे विच एक ਸਿੰਘ ही जाता, हरेक नूं आग्या नहीं भी हरेक ही कुर्ते पजामे पा के, जिस तरह आम गुरु घरां दे विच हुंदा, हरेक ही गुरु साहब जी ताबिया बह के करे स्वरूप नूं खब्बे कर लैंदा, करे सज्जे कर लैंदा। कोई सत्कार नहीं है गुरु ग्रंथ साहब जी महाराज जी। तो जे आपां देखीए तां जिहड़ा मर्जी आके पासा थल देवे, जिहड़ा मर्जी आके खोल के बह जावे, जिहड़ा मर्जी गुरु ग्रंथ साहब जी दी फोटोआं खिच्चण लग जावे, ये कित्थों दी छापेखाने दी पैदाइश है, किहड़ी पैदाइश है वो देखण लग जावे, परखण लग जावे। सो ये गल्लां नानक सर दी मर्यादा नहीं, ये बाबा नानक सिंह जी दी मर्यादा नहीं है। सो उन्होंने प्रभावित होए भी हाँ भी किस तरह आरती पढ़ते ने, किस तरह गुरु का जस करते ने। सचखंड दे विच अंदर सिंह एक ही जाता, सा किसी नूं आग्या नहीं है भी अंदर जाके देखे, सिर्फ एक ही है। सो उस चीज़ तो प्रभावित होए। सो वो प्रभावित होए तो नानक सर दे विच जदों 1924 दे विच मुੱਢ बन्निया सी ते कोई शर्तां अपने लिए बनाईयां सी भी किसी कली इस्त्री दा नूं मिलना नहीं, उसदे नाल उसदा भाई, उसदा पुत्र, उसदा प्यो जां इह नाल होने चाहिए। सो रहिंदी उम्र तक ये चीज़ां निभाईयां। किसी नूं अपनी हत्थीं, बाबा चरण सिंह जी ने भी दस्सिया सी किसी नूं अपने हत्थीं अमृत नहीं छकाउणा, कि कल नूं उठ के ये ना कोई कह देवे भी मैं फलाने संतां तो अमृत छकिया सी। ਉਹਦੇ मन च ਇਹ ना आ जाए भी मैं उन्हां दा सिख हाँ, भी नहीं, क्योंकि बाबा नानक सिंह जी ने भी तख्त श्री हजूर साहब जी तो अमृतपान किया सी। वो कहते अमृत छकना तो तख्तां ते जाओ, मैं अमृत आपे इत्थे किसी नूं नहीं छकाउणा। सो अपने सिख नहीं बनाया, कलगीधर दे सिख बनाए भी कलगीधर दा अमृत छको। वो तो अपना आप मिटाउंदे रहे सारी उम्र, सूई दे नक्के जिन्नी इजाजत नहीं बनाई उन्होंने। सो आपां जे किंतु परंतु करना तो साडे वर्गे जिहड़े पापियां नूं करो, साडे वर्गे दुष्टां नूं जो मर्जी कह लो, पर जे उन्हां दे जीवन ते कोई उंगल चकोगे तो साडे तो बर्दाश्त तो बाहर है, क्योंकि उन्होंने कोई सारी उम्र गुरमत तो बाहर कदम चक्या ही नहीं। जे कोई चक्या तो किसी नूं शक आ तो शेरपुर आके कढ़ लोए, खुला सदा उन्होंने। सो उही मर्यादा रखी, सचखंड बनाया, गुरु ग्रंथ साहब जी नूं प्रतख गुरु नानक समझ के बड़े पलंघां दा प्रकाश कराया। क्योंकि कलगीधर पातशाह दे सचखंड जाण तो बाद थोड़ा समा सही लंघिया, उस तो बाद चों सारे मर्यादा नूं भुल भुल गए, जिस तरह अज भी भुले हुए ने। हुण इह नहीं तुसीं कह सकदे भी नहीं उदों किवें भुल गए, क्योंकि भुले तुसीं हुण भी बैठे हो। गुरु ग्रंथ साहब जी नूं एक किताबां वरके जल्दां कह के तुसीं संबोधन करदे हो, ये भुली बैठे हो तुसीं। ये कलगीधर पातशाह दा हुक्म नहीं मान रहे तुसीं। यही हाल उदों सी। सो उस चीज़ नूं बाबा जी ने बड़े सोहणे तरीके नाल हैंडल किया, बड़े खुले पलंघां ते।
ਸੁੰਦਰ ਰਮਾਲਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਨਾਨਕ ਸਮਝ ਕੇ ਉਹਨਾਂ ਦਾ ਪ੍ਰਕਾਸ਼ ਕੀਤਾ, ਚਵਰ ਢੁਲਾਏ, ਪੱਖਾ ਕੀਤਾ, ਸੇਵਾ ਕੀਤੀ ਤੇ ਸੇਵਾ ਕਰਨੀ ਸਿਖਾਈ। ਉਸ ਟਾਈਮ ਵੀ ਨਿੰਦਕ ਬੜੇ ਸੀ ਜਦੋਂ ਬਾਬਾ ਨਾਨਕ ਸਿੰਘ ਜੀ ਨੇ ਮਰਿਆਦਾ ਸ਼ੁਰੂ ਕੀਤੀ ਆ। ਬੜੇ ਕਹਿੰਦੇ ਸੀ ਵੀ ਇਹ ਹੁਣ ਨਵਾਂ ਸਾਧ ਉੱਠਿਆ, ਇਹ ਸਾਨੂੰ ਮਰਿਆਦਾ ਸਿਖਾਊ। ਜਿਹੜੇ ਆ ਭਾਈ ਭੂਈ ਦੇ ਸੀ ਨਾ ਉਸ ਟਾਈਮ ਦੇ, ਉਹ ਬੜਿਆ ਇਹਨਾਂ ਨੇ ਸਵਾਲ ਚੁੱਕੇ ਵੀ ਇਹ ਹੁਣ ਸਾਨੂੰ ਮਰਿਆਦਾ ਸਿਖਾਊਗਾ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ। ਸੋ ਉਦੋਂ ਵੀ ਬੜੀਆਂ ਪ੍ਰੋਬਲਮ ਉਹਨਾਂ ਨੇ ਫੇਸ ਕੀਤੀਆਂ, ਜਿਹੜੀਆਂ ਕਿ ਹੁਣ ਸੁਣ ਰਹੇ ਆ। ਤੇ ਆਰਤੀ ਕਿਵੇਂ ਪੜ੍ਹੀ ਜਾਂਦੀ ਆ, ਕਿਸ ਤਰ੍ਹਾਂ ਗੁਰੂ ਦਾ ਜਸ ਕਰਦੇ ਨੇ, ਸਾਰੀਆਂ ਉਹ ਚੀਜ਼ਾਂ ਵੀ ਹਰੇਕ ਨੂੰ ਅੰਦਰ ਜਾਣ ਦੀ ਆਗਿਆ ਸੱਚਖੰਡ ਦੇ ਵਿੱਚ ਨਹੀਂ ਹੈ। ਐ ਨਹੀਂ ਵੀ ਹਰੇਕ ਜਾਣਾ ਖਾਣਾ ਉੱਠ ਕੇ ਸੱਚਖੰਡ ਦੇ ਅੰਦਰ ਵੜ ਕੇ ਹੁਕਮਨਾਮਾ ਲੈ ਲਓ, ਹਰੇਕ ਜਾਣਾ ਖਾਣਾ ਉੱਠ ਕੇ ਅੰਦਰ ਜਾ ਕੇ ਚੌਰ ਕਰਨ ਲੱਗ ਜੂ, ਨਹੀਂ। ਖਾਸ ਨਿਯੁਕਤ ਕੀਤੇ ਹੀ ਅੰਦਰ ਵੜ ਸਕਦੇ ਆ। ਸੋ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਮਰਿਆਦਾ ਇਹ ਆਈ ਹੈ। ਇਹ ਕੋਈ ਸਾਡੀ ਆਪਦੀ ਮਰਿਆਦਾ ਨਹੀਂ, ਇਹ ਇੱਕ ਕਲਗੀਧਰ ਪਾਤਸ਼ਾਹ ਵੇਲੇ ਦੀ ਪੁਰਾਤਨ ਮਰਿਆਦਾ ਹੈ। ਇਹ ਸਾਰਿਆਂ ਨਾਲੋਂ ਪੁਰਾਣੀ ਮਰਿਆਦਾ ਹੈ ਜਿਹੜੀ ਨਾਨਕਸਰ ਦੇ ਵਿੱਚ ਚੱਲਦੀ ਹੈ ਨਾ। ਇਹ ਕੋਈ ਨਵੀਂ ਮਰਿਆਦਾ ਨਹੀਂ ਹੈ। ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਭ ਨਾਲੋਂ ਪੁਰਾਣੀ ਮਰਿਆਦਾ, ਪੁਰਾਤਨ ਜਿਹੜੀ ਮਰਿਆਦਾ ਚੱਲੀ ਆ ਰਹੀ ਹੈ, ਉਹ ਮਰਿਆਦਾ ਚੱਲ ਰਹੀ ਹੈ। ਸੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਜ਼ਿਕਰ ਹੁੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਜਦੋਂ ਰਾਤ ਦਾ ਇੱਕ ਪੈਰ ਰਹਿੰਦਾ ਹੋਵੇ, ਉਸ ਸਮੇਂ ਸਿੱਖ ਉੱਠੇ, ਇਸ਼ਨਾਨ ਕਰੇ ਤੇ ਉਸ ਅਕਾਲ ਪੁਰਖ ਦਾ ਧਿਆਨ ਧਰੇ। ਉੱਠਦਾ ਕੋਈ, ਮੰਨਦਾ ਕੋਈ? ਇਹ ਤਾਂ ਕਹਿੰਦੇ ਅਸੀਂ ਆਪ ਮੁਖਤਿਆਰ ਹੋ ਗਏ। ਗੱਲਾਂ ਤੁਸੀਂ ਬਹੁਤ ਵੱਡੀਆਂ ਕਰਦੇ, ਗੱਲਾਂ ਕਰਨੀਆਂ ਘਰੇ ਬੈਠ ਕੇ ਫੇਸਬੁੱਕ ਤੇ ਵਿਦਵਾਨ ਬਣਨੇ ਬੜੇ ਸੌਖੇ ਆ। ਆਪਣੇ ਮੂੰਹ ਲੁਕੋ ਕੇ ਫੇਕ ਆਈਡੀਆ ਬਣਾ ਕੇ ਕਮੈਂਟ ਕਰਨੇ ਬੜੇ ਸੌਖੇ ਆ, ਪਰ ਕਿਸੇ ਨੂੰ ਫੇਸ ਕਰਨਾ ਬੜਾ ਔਖਾ, ਉਹ ਵੀ ਦਲੀਲ ਦੇ ਆਧਾਰ ਤੇ। ਹੁਣ ਇੱਥੇ ਵੀ ਇਸ ਵੀਡੀਓ ਤੇ ਵੀ ਕਮੈਂਟ ਕਿਸੇ ਲੱਕੜ ਬੱਗਿਆਂ ਦੇ ਆਉਣਗੇ, ਹੋਰ ਹੀ ਊਲ ਜਲੂਲ। ਉਹਨਾਂ ਨੂੰ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਸ ਵਿਸ਼ੇ ਤੇ ਵੀਡੀਓ ਬਣਦੀ ਆ ਉਸ ਵਿਸ਼ੇ ਤੇ ਹੀ ਵਿਚਾਰ ਕਰਿਆ ਕਰੋ। ਹੋਰ ਅਰਲੀਆਂ ਪਰਲੀਆਂ ਕਿੱਧਰਲੀਆਂ ਕੁੱਧਰਲੀਆਂ ਕਿਹੜੇ ਨੇ ਕੀ ਕੀਤਾ, ਕਿਹੜੇ ਨਹੀਂ, ਸਭ ਦਾ ਠੇਕਾ ਨਹੀਂ ਲਿਆ ਹੋਇਆ ਸਾਡਾ। ਅਸੀਂ ਬਾਬਾ ਨੰਦ ਸਿੰਘ ਜੀ ਦੀ ਹਰ ਇੱਕ ਕਰਨੀ ਤੇ ਅਸੀਂ ਖੜੇ ਹਾਂ। ਜੇ ਕੋਈ ਹੈ ਕਿੰਤੂ ਸਾਨੂੰ ਦੱਸੋ, ਅਸੀਂ ਦੂਰ ਕਰਾਂਗੇ। ਅਸੀਂ ਆਪਣੀ ਹਰ ਇੱਕ ਬੋਲੀ ਤੇ ਹੁਣ ਤੱਕ ਦੀ ਵੀਡੀਓ ਜੋ ਬੋਲਿਆ ਉਸ ਦੇ ਜਵਾਬ ਦੇ ਹਾਂ। ਪਰ ਹੋਰ ਕੋਈ ਕਿਹੜਾ ਕੀ ਕਰਦਾ ਕਿਹੜਾ ਨਹੀਂ ਕਰਦਾ, ਹੁਣ ਸਾਰਿਆਂ ਦਾ ਅਸੀਂ ਠੇਕਾ ਥੋੜੀ ਲਿਆ। ਸੋ ਅੰਮ੍ਰਿਤ ਵੇਲੇ ਉੱਠਦੇ ਸੀ 12 ਵਜੇ, ਕਿਉਂਕਿ 12:15 ਜਿਹੜਾ ਟਾਈਮ ਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਾ ਟਾਈਮ। ਉਹਨਾਂ ਲਈ ਹਰ ਇੱਕ ਦਿਨ, ਹਰ ਰੋਜ਼ ਸਾਲ ਦੇ 365 ਦਿਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਹਨਾਂ ਲਈ ਸੀ। ਸਾਡੀ ਹੈ ਭਾਵਨਾ ਉਹਨਾਂ ਦੇ ਬਰਾਬਰ। ਹਰ ਰੋਜ਼ 12 ਵਜੇ ਉੱਠ ਕੇ 12:15 ਵਜੇ ਇਸ਼ਨਾਨ ਕਰਨਾ ਹੀ ਕਰਨਾ ਵਾ, ਗੁਰੂ ਨਾਨਕ ਨੂੰ ਯਾਦ ਕਰਨਾ ਹੀ ਕਰਨਾ, ਕਿਉਂਕਿ ਉਹ ਟਾਈਮ ਗੁਰੂ ਦੇ ਪ੍ਰਕਾਸ਼ ਦਾ ਸੀ। ਉਸ ਟਾਈਮ ਗੁਰੂ ਨਾਨਕ ਸਾਹਿਬ ਜੀ ਇਸ ਧਰਤੀ ਨੂੰ 4 ਚੰਨ ਲਾਉਣ ਆਏ ਸੀ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹਰ ਰੋਜ਼ ਮਨਾਉਂਦੇ ਸੀ। ਸੋ ਉਹਨਾਂ ਦੀ ਬਰਾਬਰਤਾ ਤੁਸੀਂ ਕਿੱਥੇ ਕਰ ਲਓਗੇ, ਗੱਲਾਂ ਤੁਸੀਂ ਕਿੱਥੇ ਕਰ ਲਓਗੇ। ਸੋ ਮਰਿਆਦਾ ਉਹਨਾਂ ਨੇ ਕੁਝ ਸਿੱਖ ਰਹਿਤ ਮਰਿਆਦਾ ਦੇ ਵਿੱਚੋਂ ਲਿਆ, ਕੁਝ ਸ੍ਰੀ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚੋਂ ਲਿਆ, ਤੇ ਕੁਝ ਆਪਣੀ ਜੋ ਭਾਵਨਾ ਸੀ ਉਹਨਾਂ ਦੀ ਗੁਰੂ ਨਾਨਕ ਦੇ ਚਰਨਾਂ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕੁਝ ਸਟੈਪ ਉਹਨਾਂ ਨੇ ਆਪ ਚੱਕ ਕੇ। ਪਰ ਕਿਹਦੇ ਲਈ? ਆਪਣੀ ਸੇਵਾ ਕਰਾਈ। ਕਿੱਥੇ ਬਾਬਾ ਜੀ ਨੇ ਆਪਣੀ ਸਾਰੀ ਜੀਵਨੀ ਪੜ੍ਹ ਲਓ, ਕਿੱਥੇ ਬਾਬਾ ਜੀ ਨੇ ਕਿਹਾ ਮੇਰੀ ਪੂਜਾ ਕਰੋ, ਮੈਨੂੰ ਮੱਥੇ ਟੇਕੋ। ਜਿਹੜਾ ਮੱਥਾ ਟੇਕਣ ਲਈ ਸਿਰ ਨੀਵਾਂ ਕਰਦਾ ਸੀ ਉਹਨੂੰ ਵਰਜਦੇ ਸੀ ਵੀ ਨਾ ਭਾਈ, ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਜਾਓ ਉੱਧਰ। ਕਦੇ ਆਪਣੇ ਨਾਮ ਦੇ ਨਾਲ ਬਾਬਾ ਜਾਂ ਸੰਤ ਨਹੀਂ ਲਵਾਇਆ ਸੀ। ਅਗਰ ਕੋਈ ਰਾਗੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਹਿ ਕੇ, ਕਈ ਰਾਗੀ ਸਿੰਘ ਸੀਗੇ ਕੋਈ ਚਾਪਲੂਸੀ ਦੇ ਤੌਰ ਤੇ ਸੰਤ ਦੀ ਉਪਮਾ ਪੜ੍ਹਨ ਲੱਗ ਜਾਂਦੇ ਸੀ। ਉਹ ਆਪਦੇ ਜਾਣੀ ਬਾਬਾ ਨੰਦ ਸਿੰਘ ਜੀ ਦੀ ਉਸਤਤ ਕਰਨੀ ਜਦੋਂ ਸ਼ੁਰੂ ਕਰਦੇ, ਬਾਬਾ ਨੰਦ ਸਿੰਘ ਜੀ ਭਾਵ ਲੈਂਦੇ ਸੀ ਵੀ ਇਹ ਹੁਣ ਹੋਰ ਪਾਸੇ ਚਲਾ ਗਿਆ, ਇਹਦਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਟ ਗਿਆ, ਹੱਥ ਖੜਾ ਕਰ ਦਿੰਦੇ ਸੀ ਵੀ ਬੰਦ ਕਰ ਦਿਓ।
ਜਾ ਕੇ ਕਹਿੰਦੇ ਵੀ ਹੋਰ ਸ਼ਬਦ ਪੜ੍ਹੋ, ਹੋ ਰਹੀ ਹੈ ਤੇਰੀ ਜੈ ਜੈਕਾਰ, ਇਹ ਪੜ੍ਹਾਇਆ ਕਰਦੇ ਸੀ। ਗੁਰੂ ਨਾਨਕ ਸਾਹਿਬ ਤੇਰੀ ਜੈ ਹੋਵੇ, ਗੁਰੂ ਗ੍ਰੰਥ ਸਾਹਿਬ ਤੇਰੀ ਜੈ ਹੋਵੇ। ਕਿਹਦੀ ਪੂਜਾ ਕਰਾਈ? ਗੁਰੂ ਸਾਹਿਬਾਂ ਦੀ। ਮਰਿਆਦਾ ਬਣਾਈ, ਕਿਹਦਾ ਸਤਿਕਾਰ ਵਧਾਇਆ? ਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਸਾਡੇ ਵਾਲਿਆਂ ਨੂੰ ਕਿੰਤੂ ਪਰੰਤੂ ਹਰੇਕ ਚੀਜ਼ ਤੇ ਕਿੰਤੂ ਪਰੰਤੂ। ਸੋ ਪਹਿਲਾਂ ਨੂੰ ਗੱਲ ਨੂੰ ਸਮਝੋ, ਪਰਖੋ, ਫਿਰ ਬੋਲੋ। ਅਗਰ ਕੋਈ ਤੁਹਾਨੂੰ ਗੱਲ ਦਾ ਨਹੀਂ ਪਤਾ ਤਾਂ ਉਸ ਚੀਜ਼ ਨੂੰ ਪੁੱਛ ਲਓ ਵੀ ਹਾਂ ਵੀ ਇਹ ਗੱਲ ਕਿਵੇਂ ਆ। ਹੁਣ ਆਪ ਦੀਆਂ ਹਵਾ 'ਚ ਤੀਰ ਛੱਡੀ ਜਾਣੇ, ਉਹਦਾ ਫਾਇਦਾ ਨਹੀਂ ਹੁੰਦਾ। ਪਾਣੀ 'ਚ ਮਧਾਣੀ ਪਾ ਕੇ ਬੈਠੇ ਰਹੋ, ਘੁਮਾਈ ਚੱਲੋ, ਸਾਲ ਲੱਗੇ ਰਹੋ, ਭਾਵੇਂ ਕੁਛ ਨਹੀਂ ਬਣਨਾ ਉਹਦਾ। ਸੋ ਬਾਬਾ ਜੀ ਜਿਹੜੇ ਸੀ ਨਾ, ਉਹ ਇੱਕ ਬਰਕਤ ਸਾਧੂ ਸੀ, ਜਤੀ ਸੀ। ਸੋ ਉਹਨਾਂ ਦੀਆਂ ਗੱਲਾਂ ਤਾਂ ਹੋਰ ਸੀ। ਹੁਣ ਸਾਡੇ ਅਸੀਂ ਕਿੱਥੋਂ ਬਰਾਬਰੀ ਕਰ ਲਾਂਗੇ? ਅਸੀਂ ਨਹੀਂ ਬਰਾਬਰੀ ਕਰ ਸਕਦੇ ਉਹਨਾਂ ਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਰਕਤ ਸਾਧੂਆਂ ਦੀ ਬਾਣੀ ਦਰਜ ਹੈ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਗ੍ਰਸਥ ਜੀਵਨ ਨੂੰ ਨਹੀਂ ਅਪਣਾਇਆ, ਇਹ ਨਹੀਂ ਬਣਾਇਆ, ਕਿਉਂਕਿ ਗੁਰੂ ਦੇ ਘਰ 'ਚ ਗ੍ਰਸਥ ਪ੍ਰਵਾਨ ਹੈ ਅਤੇ ਉਦਾਸ ਵੀ ਪ੍ਰਵਾਨ ਹੈ, ਸਾਰੇ ਹੀ ਪ੍ਰਵਾਨ ਹੈ ਉੱਥੇ। ਗ੍ਰਸਥ ਆਸ਼ਰਮ ਉੱਚਾ ਹੈ ਕਿਉਂਕਿ ਗ੍ਰਸਥੀ ਬੰਦੇ ਨੂੰ ਛੋਟਾਂ ਬਹੁਤ ਨੇ। ਜਿਹਨੇ ਗ੍ਰਸਥ ਆਸ਼ਰਮ ਨਹੀਂ ਅਪਣਾਇਆ ਉਸ ਨੂੰ ਪਾਬੰਦੀਆਂ ਬਹੁਤ ਨੇ, ਇਹ ਚੀਜ਼ ਨਿਭਾਉਣੀ ਔਖੀ ਹੈ। ਇਸ ਕਰਕੇ ਗ੍ਰਸਥ ਆਸ਼ਰਮ ਨੂੰ ਉੱਚਾ ਸਮਝਿਆ ਗਿਆ ਕਿ ਜਿਹੜਾ ਗ੍ਰਸਥ ਜੀਵਨ ਵਿੱਚ ਰਹਿ ਕੇ ਪਾਰ ਲੰਘ ਗਿਆ ਉਹਦੇ ਵਰਗਾ ਕੋਈ ਜਤੀ ਸਤੀ ਸੰਤ ਨਹੀਂ ਹੈਗਾ ਕੋਈ, ਕਿਉਂਕਿ ਇਹਦੇ 'ਚ ਛੋਟਾਂ ਬਹੁਤ ਨੇ। ਨਾਮ ਜਪਣ 'ਚ ਵੀ ਛੋਟ ਨੇ, ਕੰਮਕਾਰ ਵੀ ਕਰਨੇ ਆ, ਗ੍ਰਸਥੀ ਆਦਮੀ ਨੇ ਪੈਸੇ ਵੀ ਕਮਾਉਣੇ ਆ, ਤੇ ਉਸ ਚੀਜ਼ ਨੂੰ ਛੋਟ ਬਹੁਤ ਹੈ। ਇਸ ਕਰਕੇ ਗ੍ਰਸਥ ਜੀਵਨ ਨੂੰ ਉੱਚਾ ਸਮਝਿਆ ਗਿਆ। ਹੁਣ ਭਗਤ ਰਾਮਾਨੰਦ ਜੀ ਹੋਏ, ਭਗਤ ਕਬੀਰ ਜੀ ਦੇ, ਉਹਨਾਂ ਦੀ ਬਾਣੀ ਵੀ ਦਰਜ ਨੇ। ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਬਰਕਤ ਸਾਧੂ ਸੀ। ਬਾਬਾ ਦੀਪ ਸਿੰਘ ਜੀ ਸੀ, ਭਾਈ ਗੁਰਦਾਸ ਸਿੰਘ ਜੀ ਸੀ, ਸਾਰੇ ਬਰਕਤ ਸੀ ਇਹ। ਹੁਣ ਆਪਾਂ ਜੇ ਕਿੰਤੂ ਪਰੰਤੂ ਕਰਨ ਲੱਗ ਜੇ ਵੀ ਐਂ ਕਿਵੇਂ ਸੀ, ਜਾਬਾਂ ਦਾ ਭੇਡ ਕਰਨ ਦਾ ਫਾਇਦਾ ਕੋਈ? ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਬਾਬਾ ਨਾਨਕ ਸਿੰਘ ਜੀ ਨੇ ਮਰਿਆਦਾ ਬਣਾਈ ਹੈ, ਸਤਿਕਾਰ ਵਧਾਇਆ ਹੀ ਆ। ਬਾਬਾ ਨਾਨਕ ਸਿੰਘ ਜੀ ਨੇ ਅਲਮਾਰੀਆਂ 'ਚੋਂ ਕੱਢ ਕੇ ਸਰੂਪ ਵੱਡੇ ਪਲੰਘਾਂ ਤੇ, ਸੋਹਣੇ ਪਲੰਘਾਂ ਤੇ ਬਿਰਾਜਮਾਨ ਕੀਤੇ ਆ। ਹੁਣ ਕਿਸੇ ਗੁਰੂਦੁਆਰੇ 'ਚ ਚੱਲ ਜਾਓ, 2.5 ਫੁੱਟੀ ਮੰਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਬਿਠਾਏ ਹੁੰਦੇ ਆ। ਤੇ ਆਪਾਂ ਆਪ ਕਦੇ ਮੜਾ ਪੀੜੀ ਤੇ ਬਹਿ ਕੇ ਦੇਖੋ, ਤੁਸੀਂ ਕਿੰਨਾ ਕੁ ਟਾਈਮ ਬਹਿ ਲਓਗੇ ਤੁਸੀਂ? ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਪ੍ਰਗਟ ਸਮਝਿਆ ਹੀ ਨਹੀਂ। ਉਹਨਾਂ ਨੇ ਇੱਕ ਚੀਜ਼ ਹੋਰ ਵੀ ਕਹੀ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਚੌਰ ਕਰਨਾ ਨਾ, ਚੌਰ ਬਰਦਾਰ ਬਣਨਾ ਤਾਂ ਚੌਰ ਖੜੇ ਹੋ ਕੇ ਕਰੋ। ਤੇ ਅੱਜ ਕੱਲ੍ਹ ਕੀ ਬਣਦਾ? ਬਹਿ ਕੇ ਚੌਰ ਕਰਨ ਲੱਗ ਜਾਂਦੇ ਆ। ਇਹ ਬੜੇ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ, ਜਿਹੜੇ ਬੜੇ ਪ੍ਰਮਾਤਮਾ ਦੇ ਨਾਂ ਤੇ ਆਪਣੇ ਡੇਰੇ ਬਣਾਈ ਬੈਠੇ ਆ, ਤੇ ਚੌਰ ਦੇਖਿਓ ਕਿਵੇਂ ਕਰਦੇ ਆ। ਬੈਠ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸਿੱਧਾ ਹੀ ਚੌਰ ਮਾਰੀ ਜਾਣਗੇ, ਸਿੱਧਾ ਹੀ ਜਾਂ ਤਾਂ ਵਿੱਚ ਮਾਰਨਗੇ ਜਾਂ ਉੱਪਰ ਦੀ ਘੁਮਾਈ ਜਾਣਗੇ। ਅਕਲ ਹਾਲੇ ਤੱਕ ਨਹੀਂ ਆਈ ਤੇ ਲੋਕਾਂ ਨੂੰ ਸਿੱਖਿਆ ਦੇਣੀ ਬਹੁਤ ਵੱਡੀ, ਮੁਕਾਬਲੇ ਕਰਨੇ ਵੱਡਿਆਂ ਦੇ। ਜਾਤ ਦੀ ਕੋੜ ਕਰ ਲਈ, ਸਤੀਰਾਂ ਨੂੰ ਜੱਫੇ, ਗੱਲਾਂ ਬਹੁਤ ਵੱਡੀਆਂ ਕਰਨੀਆਂ। ਤੇ ਬਰਾਬਰਤਾ ਕਿਹਦੀ ਕਰਨੀ ਆ? ਜਿਹਦੀ ਕਮਾਈ ਆ। ਪਹਿਲਾਂ ਉਹਦੇ ਬਰਾਬਰ ਕਮਾਈ ਕਰਕੇ ਦਿਖਾ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਨੇ ਚੌਰ ਕਰਨਾ ਸਿਖਾਇਆ। ਆਪਣੇ ਮੋਢੇ ਤੋਂ ਖੜ ਕੇ ਜਦੋਂ ਕਰਨਾ, ਆਪਣੇ ਮੋਢੇ ਤੋਂ ਚੌਰ ਉੱਪਰ ਦੀ ਜਾਣਾ ਚਾਹੀਦਾ। ਪਰ ਅੱਜ ਕੱਲ੍ਹ ਦੀ ਮਰਿਆਦਾ ਨੂੰ ਉਸ ਚੌਰ ਕਰਨ ਦਾ ਤਰੀਕਾ ਹੀ ਨਹੀਂ ਆਇਆ। ਇਹ ਭਾਈਆਂ ਨੂੰ ਤਾਂ ਆਉਣਾ ਕੀ ਆ, ਇਹ ਜਿਹੜੇ ਅੱਜ ਕੱਲ੍ਹ ਦੇ ਬਾਬੇ ਉਹਨਾਂ ਨੂੰ ਵੀ ਨਹੀਂ ਆਉਂਦਾ। YouTube ਤੇ ਦੇਖ ਲਓ, ਭਰੇ ਪਏ ਨੇ। ਸੱਚਖੰਡ ਦੇ ਵਿੱਚ ਚੌਰ ਕਰਦੇ ਹੋਣਗੇ ਤਾਂ ਚੌਰ ਦੇਖ ਲਿਓ ਉਹਨਾਂ ਦਾ ਕਿੱਧਰ ਨੂੰ ਜਾਂਦਾ। ਗੁਰੂ ਬਾਬਾ ਜੀ ਕਿਆ ਕਰਦੇ ਸੀ ਜਦੋਂ ਕੋਈ ਚੌਰ ਨੀਵਾਂ ਕਰਦਾ ਨਾ, ਓਏ ਗੁਰੂ ਨਾਨਕ ਸਾਹਿਬ ਜੀ ਦੇ ਮੋਢਿਆਂ ਚੌਰ ਮਾਰੀ ਨਾ, ਵਰਜਾ ਕਰਦੇ ਸੀ। ਚੌਰ ਕਰਨਾ ਵਾ ਤਾਂ ਮੋਢੇ ਤੋਂ ਉੱਪਰ ਰੱਖ ਕੇ ਕਰੋ, ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦਸਤਾਰ ਹੈ ਨਾ, ਦਸਤਾਰ ਦੇ ਚੌਰ ਉੱਪਰ ਦੀ ਜਾਵੇ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸਾਖਿਆਤ ਬੈਠਿਆਂ ਸਮਝ ਕੇ ਚੌਰ ਉੱਪਰ ਦੀ ਕਰਦੇ ਸੀ। ਜੇ ਚੌਰ ਕਰਨਾ ਨਾ ਤਾਂ ਬੰਦਿਆਂ ਵਾਂਗੂ ਕਰੋ। ਹੁਣ ਚੌਰ ਬਰਦਾਰ ਤੇ ਚੌਰੇ 'ਚ ਫਰਕ ਬਹੁਤ ਹੁੰਦਾ। ਆਪਾਂ ਚੌਰ ਬਰਦਾਰ ਬਣੋ, ਚੌਰੇ ਨਾ ਬਣੋ।
ਸੋ ਚੌਰ ਕਰਨਾ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ। ਇਹ ਛੋਟੀਆਂ ਛੋਟੀਆਂ ਗੱਲਾਂ ਆਪਾਂ ਜੇ ਕਿਸੇ ਸਾਧੂ ਦੀ ਸੰਗਤ ਕੀਤੀ ਹੋਵੇ ਤਾਂ ਸਾਨੂੰ ਪਤਾ ਲੱਗੇ ਨਾ, ਇਹ ਨਾਨਕਸਰ ਦੀ ਮਰਿਆਦਾ, ਬਾਬਾ ਨਾਨਕ ਸਿੰਘ ਜੀ ਦੀ ਮਰਿਆਦਾ ਜਿਹੜੀ ਹੈਗੀ ਆ, ਜਿਹੜੀ ਬਾਬਾ ਨਾਨਕ ਸਿੰਘ ਜੀ, ਇਕੱਲੇ ਬਾਬਾ ਨਾਨਕ ਸਿੰਘ ਜੀ ਨੇ ਬਣਾਈ ਆ, ਉਹ ਕਿਵੇਂ ਬਣਾਈ ਆ, ਉਹ ਪ੍ਰੈਕਟੀਕਲ ਕੀਤਾ, ਉਸ ਚੀਜ਼ ਨੂੰ ਅਮਲ 'ਤੇ ਲਿਆਂਦਾ ਅਤੇ ਸਾਨੂੰ ਸਿਖਾਇਆ। ਹੁਣ ਇਹ ਕੋਈ ਮਨਮਤ ਆ? ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਚੌਰ ਕਰਨਾ, ਮੌਸਮੀ ਰੁਮਾਲੇ ਵਗੈਰਾ ਲਾਉਣੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਤੱਕ ਗੁਰੂ ਨਾਨਕ ਸਾਹਿਬ ਜੀ ਸਮਝਿਆ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਵਿਰਾਜਮਾਨ ਨੇ, ਸੋ ਭਾਈ ਹੁਣ ਗਰਮੀ ਹੋ ਗਈ ਤਾਂ ਪੱਖਾ ਚੱਕ ਲੈਂਦੇ ਸੀ, ਪੱਖਾ ਹੀ ਕਰੀ ਜਾਣਾ, ਕਿਉਂਕਿ ਉਸ ਟਾਈਮ ਦੂਸਰੀ ਇਲੈਕਟ੍ਰੀਸਿਟੀ ਵਗੈਰਾ ਤਾਂ ਇੰਨੀ ਹੈ ਨਹੀਂ ਸੀ, ਪੱਖਾ ਕਰੀ ਜਾਣਾ, ਕਿਉਂਕਿ ਉਹਨਾਂ ਨੇ ਪ੍ਰਤੱਖ ਸਮਝਿਆ। ਅਸੀਂ ਸਮਝਦੇ ਹਾਂ? ਨਹੀਂ ਸਮਝਦੇ। ਸਾਡੀ ਅਸੀਂ ਜਦੋਂ ਜਾਂਦੇ ਹਾਂ, ਸਾਨੂੰ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੀ, ਜਦੋਂ ਗੁਰੂ ਦੁਆਰੇ ਜਾਓ, ਗੁਰੂ ਦੇ ਘਰ ਜਾਓ, ਅਗਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਕਿਤਾਬ ਦੇ ਰੂਪ 'ਚ ਦਿਖਦੇ ਨੇ ਤਾਂ ਸਮਝ ਲਓ ਸਾਡੀ ਭਾਵਨਾ ਹਜੇ ਕੱਚੀ ਹੈ। ਅਗਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪ੍ਰਤੱਖ ਗੁਰੂ ਨਾਨਕ ਬੈਠੇ ਨਜ਼ਰ ਆਉਂਦੇ ਆ ਨਾ, ਚਾਹੇ ਥੋੜ੍ਹਾ ਜਿਹਾ ਭੁਲੇਖਾ ਜਿਹਾ ਹੀ ਪੈਂਦਾ, ਝਮਕਾ ਜਿਹਾ ਹੀ ਲੱਗਦਾ, ਤਾਂ ਸਮਝ ਲਓ ਭਾਵਨਾ ਸਾਡੀ ਬਣਨੀ ਸ਼ੁਰੂ ਹੋ ਗਈ ਆ। ਕੋਸ਼ਿਸ਼ ਕਰਿਆ ਕਰੋ ਵੀ ਅੱਖਾਂ ਨੇਤਰ ਬੰਦ ਕਰਕੇ ਪਹਿਲਾਂ ਮਾੜਾ ਜਿਹਾ ਬਿਰਤੀ ਟਿਕਾ ਲਿਆ ਕਰੋ ਵੀ ਹਾਂ ਵੀ ਪ੍ਰਤੱਖ ਗੁਰੂ ਨਾਨਕ ਬੈਠੇ ਨੇ। ਅਸੀਂ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾਓ, ਅੱਖਾਂ ਨਾ ਬੰਦ ਕਰ ਲਓ, ਉੱਥੇ ਅੱਖਾਂ ਖੋਲ੍ਹ ਕੇ ਦੇਖੋ, ਦਰਸ਼ਨ ਕਰੋ। ਆਪਾਂ ਦਰਸ਼ਨ ਕਰਨ ਦੀ ਖਾਤਰ ਆਏ ਹਾਂ। ਇੱਕ ਜਦੋਂ ਘਰੋਂ ਤੁਰਦੇ ਹੋ ਤਾਂ ਇੱਧਰ ਉੱਧਰ ਬੜੀਆਂ ਨਿਗਾਹ ਮਾਰਦੇ ਜਾਂਦੇ ਨੇ, ਕੌਣ ਗਿਆ ਕੌਣ ਨਹੀਂ ਗਿਆ, ਜਾਂ ਕਿਹਨੇ ਕੀ ਪਾਇਆ ਕਿਹਨੇ ਨਹੀਂ ਪਾਇਆ। ਅਤੇ ਜਦੋਂ ਗੁਰੂ ਦੇ ਘਰੇ ਜਾਂਦੇ, ਗੁਰੂ ਗ੍ਰੰਥ ਸਾਹਿਬ ਨੂੰ ਅੱਖਾਂ ਮੀਟ ਲੈਂਦੇ ਆ ਵੀ ਦੇਖਣਾ ਕੁਛ ਨਹੀਂ। ਅਸੀਂ ਜਿਹਦੇ ਦਰਸ਼ਨ ਕਰਨ ਦੀ ਖਾਤਰ ਜਾਂਦੇ ਆ, ਉਹਦੇ ਮੁਰੇ ਜਾ ਕੇ ਅੱਖਾਂ ਮੀਟ ਲੈਂਦੇ ਆ। ਸੋ ਇਹ ਚੀਜ਼ਾਂ ਜੇ ਆਪਾਂ ਕਿਸੇ ਸਾਧੂ ਦੀ ਸੰਗਤ ਕਰਾਂਗੇ ਨਾ, ਸਾਨੂੰ ਤਾਂ ਅਕਲ ਆਉਣੀ ਆ। ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ। ਇਹ ਤਾਂ ਜਦੋਂ ਵਾਹ ਪੈਂਦਾ ਕਿਸੇ ਸਾਧੂ ਦੇ ਨਾਲ, ਫੇਰ ਅਕਲ ਆਉਂਦੀ ਆ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਸੋ ਭੋਗ ਲਵਾਉਣਾ, ਇਸ ਚੀਜ਼ ਨੂੰ ਵੀ ਮਨਮਤ ਕਹੀ ਜਾਂਦੇ ਆ। ਜਦ ਆਪਾਂ ਗੁਰੂ ਨਾਨਕ ਸਮਝ ਹੀ ਲਿਆ ਵੀ ਗੁਰੂ ਨਾਨਕ ਸਾਹਿਬ ਬੈਠੇ ਨੇ, ਮੰਨ ਲਓ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਆਪਣੇ ਆਸਣ 'ਤੇ, ਆਪਾਂ ਸਾਈਡ 'ਤੇ ਕਿਤੇ ਕਮਰੇ 'ਚ ਬੈਠੇ ਜਾਂ ਕਿਤੇ ਬੈਠੇ, ਆਪਾਂ ਨੂੰ ਪਤਾ ਵੀ ਸੱਚਖੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਤੱਖ ਹਾਜ਼ਰ ਨਾਜ਼ਰ ਬੈਠੇ ਨੇ। ਆਪਾਂ ਰੋਟੀ ਆਪਣੇ ਮੂਹਰੇ ਆ ਗਈ, ਆਪਾਂ ਜਦ ਬੁਰਕੀ ਤੋੜਾਂਗੇ, ਜਦ ਜਿਹੜਾ ਪਿਆਰ ਵਾਲਾ ਉਹ ਸੋਚੂਗਾ ਵੀ ਮੈਂ ਕੋਈ ਮਾਲਕ ਦਾ ਸ਼ੁਕਰਾਨਾ ਕੀਤਾ। ਉਹ ਆਪਾਂ ਐਂ ਕਰੀਏ, ਚੱਕ ਪ੍ਰਸ਼ਾਦਾ ਅਤੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਮੂਹਰੇ ਹਾਜ਼ਰ ਕਰ ਲਈ, ਬਾਬਾ ਜੀ ਤੁਸੀਂ ਛਕੋ, ਅਸੀਂ ਵੀ ਛਕ ਲਾਂਗੇ। ਬਾਬਾ ਨਾਨਕ ਸਿੰਘ ਜੀ ਨੇ ਭੋਗ ਲਵਾਉਣ ਦੀ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਜੀ ਨੂੰ ਭੋਗ ਲਵਾਇਆ ਕਰਦੇ ਸੀ, ਭੋਗ ਲਵਾ ਕੇ ਅਤੇ ਸ਼ੀਰ ਪ੍ਰਸ਼ਾਦ ਫਿਰ ਛਕਿਆ ਕਰਦੇ ਸੀ। ਲੰਗਰ ਨਹੀਂ ਬਣਦੇ ਇੱਥੇ, ਉਹ ਨਹੀਂ ਹੁੰਦਾ। ਪਹਿਲਾਂ ਮੈਨੂੰ ਇਹ ਦੱਸੋ ਵੀ ਲੰਗਰ ਦਾ ਅਰਥ ਹੈ ਵੀ ਕਿਸੇ ਭੁੱਖੇ ਨੂੰ ਖਾਲੀ ਨਹੀਂ ਮੋੜਨਾ। ਅਜੇ ਤੱਕ ਦੱਸੋ ਕਿਹੜਾ ਖਾਲੀ ਇੱਥੋਂ ਭੁੱਖਾ ਕਿਹੜਾ ਗਿਆ? ਲੰਗਰ ਨਹੀਂ ਬਣਦਾ ਤਾਂ ਸੰਗਤਾਂ ਪ੍ਰਸ਼ਾਦਾ ਲੈ ਕੇ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਭੋਗ ਲੱਗਦਾ। ਭੋਗ ਲੱਗਣ ਉਪਰੰਤ ਉਹ ਪ੍ਰਸ਼ਾਦਾ ਸਾਰੇ ਪ੍ਰਸ਼ਾਦੇ ਦੇ ਵਿੱਚ ਰਲਾਇਆ ਜਾਂਦਾ ਤਾਂ ਕਿ ਸਾਰੇ ਪ੍ਰਸ਼ਾਦੇ ਨੂੰ ਭੋਗ ਲੱਗ ਸਕੇ। ਫਿਰ ਉਹ ਗੁਰੂ ਕੇ ਸੰਗਤਾਂ ਛਕਦੀਆਂ ਨੇ। ਤਾਂ ਇਹਦੇ ਵਿੱਚ ਪਾਪ ਕੀ ਹੈ? ਗੁਰੂ ਕੇ ਸੰਗਤਾਂ ਲਿਆਉਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੋਗ ਲੱਗਦਾ ਹੈ, ਉਹਨਾਂ ਦਾ ਸਫਲਾ ਹੁੰਦਾ। ਸਫਲਾ ਹੋ ਕੇ ਅਤੇ ਜਦੋਂ ਸਾਰੀ ਸੰਗਤ ਛਕਦੀ ਹੈ, ਵੰਡ ਕੇ ਛਕਦੀ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਅਸਲ ਮੰਨਦੇ ਆ ਤਾਂ ਨਾਨਕ ਸਰੀਏ ਮੰਨਦੇ ਆ, ਕਿਉਂਕਿ ਉਹ ਭੋਗ ਲਾ ਕੇ ਵੰਡ ਕੇ ਛਕਦੇ ਨੇ, ਸਾਰੇ ਛਕਦੇ ਨੇ। ਸੋ ਇਸ 'ਤੇ ਆਪਾਂ ਕਿੰਤੂ ਪਰੰਤੂ ਨਹੀਂ ਕਰਦੇ, ਕਿਉਂਕਿ ਇਹ ਸਾਡੀ ਸਿੱਖ ਦੀ ਸਾਡੀ ਇਹ ਭਾਵਨਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਂਦੇ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਨਾਨਕ ਬੈਠੇ ਨੇ, ਤੁਹਾਡੇ ਲਈ ਨਹੀਂ ਹੋਣੇ, ਤੁਸੀਂ ਨਾ ਲਵਾਓ, ਅਸੀਂ ਤਾਂ ਲਵਾਉਣਾ। ਸੋ ਫਿਰ ਇਹ ਆ ਜਾਂਦੇ ਆ ਵੀ ਠਾਠ ਦਾ ਕੀ ਮਤਲਬ ਹੈ? ਠਾਠ ਇਹ ਗੁਰਦੁਆਰੇ ਕਾਹਤੋਂ ਨਹੀਂ ਲਿਖਾਉਂਦੇ? ਪਰ ਅੱਜ ਕੱਲ੍ਹ ਤਾਂ ਸਾਡਿਆਂ ਦੀ ਉਹ ਮੱਤ ਵੱਜ ਗਈ। ਉਹ ਗੁਰੂਦੁਆਰਾ, ਚਲੋ ਗੁਰੂ ਦਾ ਦੁਆਰਾ ਸ਼ਬਦ ਤਾਂ ਬਾਣੀ ਦੇ ਵਿੱਚ ਵੀ ਆਉਂਦਾ, ਗੁਰੂ ਦੁਆਰੇ ਲਾਈ ਭਾਵਨੀ, ਇੱਕ ਨਾ ਦਸਮ ਦੁਆਰ ਦਿਖਾਇਆ। ਜਿਹੜਾ ਗੁਰੂ ਦਾ ਦੁਆਰਾ ਤਾਂ ਇੱਥੇ ਆ,
ਤੇ ਗੁਰੂ ਦੇ ਦਵਾਰ ਤੇ ਭਾਵਨੀ ਲਾਉਣੀ ਪੈਂਦੀ ਹੈ, ਤੇ ਫਿਰ ਦਸਮ ਦਵਾਰ ਆਉਂਦਾ। ਭਾਵਨੀ, ਭਾਵਨਾ, ਇਕਾਗਰਤਾ, ਮੈਡੀਟੇਸ਼ਨ ਲਾਉਣਾ ਹੀ ਪੈਂਦੀ ਹੈ। ਇੱਥੇ ਆ ਕੇ ਅਕਸਰ ਹਰੇਕ ਆ ਕੇ ਕਹਿੰਦਾ ਵੀ ਹੱਥ ਨਾ ਉੱਪਰੇ ਥੂ ਕੌੜੀ, ਕਿਉਂਕਿ ਇਹ ਉਚਾਈ ਬੜੀ ਹੈ। ਉਚਾਈ ਚੜ੍ਹਨੀ ਬਹੁਤ ਔਖੀ ਹੈ ਨਾ। ਇਹ ਹੇਮਕੁੰਟ ਆ ਨਾ, ਇਹ ਹੇਮਕੁੰਟ ਦੀ ਚੜ੍ਹਾਈ ਬਹੁਤ ਆ। ਸੋ ਜਦੋਂ ਇਹ ਚੜ੍ਹਾਈ ਚੜ੍ਹਦੇ ਚੜ੍ਹਦੇ ਹਰੇ ਬਹੁਤ ਬੰਦੇ ਨਾਸਤਿਕ ਹੋਏ ਇਸ ਚੀਜ਼ ਤੋਂ। ਇੱਕ ਨਾਸਤਿਕ ਤਾਂ ਤੁਹਾਡੇ ਸਾਹਮਣੇ ਹੀ ਆ, ਜੋ ਆਪਣੇ ਆਪ ਨੂੰ ਵੱਡਾ ਭਾਈ ਸਾਹਿਬ ਜੀ ਖਵਾਉਂਦੇ ਨੇ, ਉਹ ਇਸੇ ਚੀਜ਼ ਤੋਂ ਨਾਸਤਿਕ ਹੋਏ ਨੇ। ਬੜੀਆਂ ਟੱਕਰਾਂ ਮਾਰੀਆਂ ਪਰ ਕਿਸੇ ਸਾਧੂ ਦਾ ਸੰਗ ਨਹੀਂ ਕੀਤਾ। ਇੱਕ ਦਾ ਨਹੀਂ ਕੀਤਾ, ਬਥੇਰਿਆਂ ਦਾ ਕੀਤਾ, ਇੱਕ ਤੇ ਨਹੀਂ ਟਿਕਿਆ ਨਾ। ਚਲੋ, ਠਾਠ ਦਾ ਮਤਲਬ ਕੀ ਹੈ? ਠਾਠ ਕਿਵੇਂ ਲਿਖਾਉਂਦੇ ਆ? ਇਹ ਨਿਸ਼ਾਨ ਸਾਹਿਬ ਨਹੀਂ ਲਾਉਂਦੇ, ਇਹ ਬੜੇ ਆਏ ਆ, ਵੋ ਆ, ਜੋ ਆ। गठड़ी एक फकीर की पढ़ा गई एक पाठ, जिसकी गांठ में कुछ नहीं उसी के है ठाठ। जेड़े साधु दी जेब च कौडी आ वो कौडी दा नहीं, जिहदी गृहस्थी दी जेब च कौडी नहीं वो भी कौडी दा नहीं। गृहस्थी दा पैसे बिना सरदा नहीं, ते साध नूं पैसे इकट्ठे करन दा हुक्म नहीं। जिहड़े ने साध लिखा ही लिया भी मैं साध हाँ, तो ਉਹਦਾ ਪੈਸਿਆਂ ਨਾਲ ਤਾਂ ਕੋਈ ਸੰਬੰਧ ਰਹਿ ਹੀ ਨਹੀਂ ਗਿਆ। ਪੈਸੇ ਦੀ ਲੋੜ ਪ੍ਰਬੰਧਕ ਨੂੰ ਹੈ, ਜਿਹਨੇ ਪ੍ਰਬੰਧ ਚਲਾਉਣੇ ਆ। ਪਰ ਜੇ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਭੁੱਖੇ ਨੇ ਤੁਹਾਡੇ ਪੈਸਿਆਂ ਦੇ, ਤਾਂ ਇਹ ਗਲਤ ਗੱਲ ਹੈ। ਪੈਸੇ ਦੀ ਲੋੜ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ, ਉਹ ਤਾਂ ਦਾਤਾ, ਉਹ ਤਾਂ ਦੇਣ ਵਾਲਾ। ਪੈਸੇ ਦੀ ਲੋੜ ਪ੍ਰਬੰਧਕ ਨੂੰ ਆ, ਜਿਹਨੇ ਪ੍ਰਬੰਧ ਚਲਾਉਣੇ ਆ। ਪਰ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਪੈਸੇ ਇਕੱਠੇ ਕਰਨ ਦੀ ਖਾਤਰ ਬਣਾਇਆ। ਇਹ ਚੀਜ਼ ਨਾਨਕਸਰ 'ਚ ਹੈ ਜੀ। ਹਰੇਕ ਗੁਰੂਦੁਆਰੇ ਵਿੱਚ ਬੜੇ ਜਿਹੇ ਆਪਣੇ ਆਪ ਨੂੰ ਡੇਰੇ ਖਵਾਉਂਦੇ ਆ, ਜਿਹੜੇ ਪਰਮਾਤਮਾ ਦਾ ਦਰਬਾਰ ਆ ਜਾਂ ਕੁਛ ਵੀ ਦਰਬਾਰ ਕਹਿੰਦੇ ਆ। ਜਦੋਂ ਜਾਂਦੇ ਆ ਮੂਹਰੇ ਗੋਲਕਾਂ ਰੱਖੀ ਹੁੰਦੀਆਂ, 5-5 ਫੁੱਟੀਆਂ, 6-6 ਫੁੱਟੀਆਂ, ਵੱਡੀਆਂ ਉੱਚੀਆਂ ਗੋਲਕਾਂ। ਵੀ ਸਿੱਖ ਜਦੋਂ ਨੀਵਾਂ ਹੋਵੇ ਤਾਂ ਗੋਲਕ ਪਹਿਲਾਂ ਨਿਗਾਹ 'ਚ ਵੀ ਪਾ ਇੱਥੇ। ਅਸੀਂ ਨਹੀਂ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਬੈਠੇ ਤੇ ਇਹਨਾਂ ਨੂੰ ਦੇ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਤਾਂ ਪੈਸੇ ਇਕੱਠੇ ਕਰਨ ਵਾਸਤੇ ਰੱਖਿਆ, ਖਰਚ ਕਰਨ ਵਾਸਤੇ ਅਸੀਂ ਬੈਠੇ ਹਾਂ। ਐਸ਼ ਅਸੀਂ ਕਰਨੀ ਆ, ਗੱਡੀਆਂ ਤੇ ਅਸੀਂ ਚੜ੍ਹਨਾ, ਸਾਰਾ ਕੁਛ ਅਸੀਂ ਕਰਨਾ, ਪਰ ਪੈਸੇ ਇਕੱਠੇ ਗੁਰੂ ਗ੍ਰੰਥ ਸਾਹਿਬ ਕਰੇ। ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਤਾਂ ਵਿਹਲਾ, ਇਹ ਤਾਂ ਬੈਠਾ ਰਹਿੰਦਾ। ਇਹਨੂੰ ਚਾਹੇ ਬੈਠ ਕੇ ਚੌਰ ਕਰ ਲਓ, ਚਾਹੇ ਖੜ੍ਹ ਕੇ ਕਰ ਲਓ, ਕੀ ਫਰਕ ਪੈਂਦਾ? ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ ਤਾਂ ਬਾਬੇ ਨਾਨਕ ਸਿੰਘ ਜੀ ਨੇ ਬਣਾਇਆ। ਉਹਨਾਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤੇ ਮੰਨੀ, ਤੇ ਸਾਨੂੰ ਅਮਲ ਕਰਨਾ ਸਿਖਾਇਆ। ਗੁਰੂ ਨਾਨਕ ਸਮਝ ਕੇ ਉਹਨਾਂ ਨੂੰ ਪੂਜਣਾ ਸਿਖਾਇਆ, ਉਹਨਾਂ ਦਾ ਹੁਕਮ ਮੰਨਣਾ ਸਿਖਾਇਆ। ਸੋ ਅਸੀਂ ਵੀ ਹਾਲੇ ਸਿੱਖ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਿੱਖ ਰਹੇ ਹਾਂ, ਸਾਰੀ ਉਮਰ ਸਿੱਖਦੇ ਰਹਾਂਗੇ। ਅਸੀਂ ਗੁਰੂ ਨਹੀਂ ਬਣਨਾ, ਅਸੀਂ ਸਿੱਖ ਹੀ ਹਾਂ। ਇਹ ਠਾਠ ਦਾ ਭਾਵ ਇਹ ਹੈ ਕਿ ਠਾਠ ਵਾਠ ਨਾਲ ਰਹਿੰਦੇ ਸੀ। ਉਹ ਕਹਿੰਦੇ ਵੀ ਜਿਹੜਾ ਕੋਈ ਆਉਂਦਾ ਵਾ ਜੀ ਸਦਕੇ ਆਓ, ਜੀ ਆਇਆਂ ਨੂੰ। ਆਪਣਾ ਇੱਥੇ ਨਾਮ ਦੀ ਗੱਲ ਕਰੋ, ਦੁਨਿਆਵੀ ਗੱਲਾਂ ਨਹੀਂ ਕਰਨੀਆਂ। ਪਰਮਾਤਮਾ ਦਾ ਨਾਮ ਲਓ, ਗੁਰੂ ਨਾਨਕ ਦੀਆਂ ਗੱਲਾਂ ਕਰੋ, ਸਾਖੀਆਂ ਸੁਣੋ, ਤੇ ਆਪਣਾ ਭਾਈ ਘਰੇ ਜਾਓ। ਉਹ ਆਪਣਾ ਠਾਠ ਵਾਠ ਨਾਲ ਰਹਿੰਦੇ ਸੀ। जिसकी गांठ में कुछ नहीं उसी की है ठाठ। बाबा नानक सिंह जी ने पैसे ਨੂੰ ਹੱਥ ਨਹੀਂ ਲਾਇਆ ਸੀ, ਕੋਈ ਆਪਣੀ ਸੂਈ ਦੇ ਨੱਕੇ ਜਿੰਨੀ ਜ਼ਮੀਨ ਜਾਇਦਾਦ ਨਹੀਂ ਬਣਾਈ ਸੀ। ਉਹ ਇਸ ਚੀਜ਼ ਨੂੰ ਠਾਠ ਸਮਝਦੇ ਸੀ ਵੀ ਮੈਂ ਤਾਂ ਠਾਠ ਪਾਠ ਨਾਲ ਰਹਿਣਾ, ਮੈਨੂੰ ਕਾਹਦਾ ਫਿਕਰ ਹੈ, ਮੇਰੇ ਕੋਲ ਗੁਰੂ ਨਾਨਕ ਹੈ, ਗੁਰੂ ਨਾਨਕ ਦਾ ਸਾਰਾ ਸੰਸਾਰ ਹੈ। ਜਦ ਸਾਡਾ ਪਿਓ ਗੁਰੂ ਨਾਨਕ ਹੈ, ਗੁਰੂ ਨਾਨਕ ਨੇ ਸਾਰਾ ਸੰਸਾਰ ਮੁੱਲ ਲਿਆ ਹੋਇਆ, ਤਾਂ ਅਸੀਂ ਇੱਕ ਥੋੜ੍ਹੀ ਜਿਹੀ ਜ਼ਮੀਨ ਜਾਇਦਾਦ ਬਣਾ ਕੇ ਲੈਣਾ ਕਿ ਅਸੀਂ ਤਾਂ ਸਾਰੇ ਸੰਸਾਰ ਦੇ ਮਾਲਕ ਹਾਂ। ਜਦ ਸਾਡਾ ਪਿਓ ਸੰਸਾਰ ਦਾ ਮਾਲਕ ਹੈ ਤੇ ਪੁੱਤ ਵੀ ਸੰਸਾਰ ਦਾ ਮਾਲਕ ਹੀ ਆ। ਜੇ ਪਿਓ ਸਰਪੰਚ ਆ ਤਾਂ ਪੁੱਤ ਵੀ ਸਰਪੰਚ ਹੀ ਹੁੰਦਾ। ਉਹ ਕਹਿੰਦੇ ਸਾਨੂੰ ਲੋੜ ਕੀ ਹੈ ਜਾਇਦਾਦ ਬਣਾਉਣ, ਸਾਡਾ ਗੁਰੂ ਨਾਨਕ ਹੀ ਸਾਡੀ ਜਾਇਦਾਦ ਆ, ਸਾਡੇ ਗੁਰੂ ਨਾਨਕ ਸਾਡੇ ਸੰਸਾਰ ਦਾ ਮਾਲਕ ਹੈ। ਸਾਡੇ ਇਸ ਠਾਠ ਨੇ, ਅਸੀਂ ਠਾਠ ਪਾਠ ਨਾਲ ਰਹਿੰਦੇ ਨੇ, ਉਸ ਚੀਜ਼ ਨੂੰ ਠਾਠ ਬਣਾਇਆ ਗਿਆ।
ਵੀ ਬਾਬਾ ਜੀ ਦਾ ਠਾਠ ਆ ਗਿਆ। ਜਦੋਂ ਜਾਂਦੇ ਸੀ ਸਾਹਮਣੇ ਕੁੱਲੀ, ਉਹ ਕੁੱਲੀ ਨੂੰ ਠਾਠ ਕਹਿੰਦੇ ਸੀ। ਸੋ ਉੱਥੋਂ ਉਸੇ ਠਾਠ ਦਾ ਸ਼ਬਦ ਤੁਰਦਾ ਤੁਰਦਾ ਹੁਣ ਤੱਕ ਆ ਗਿਆ। ਸੋ ਉਸ ਟਾਈਮ ਕੱਚੇ ਸੀ, ਕੁੱਲੀਆਂ ਸੀ, ਨਿਸ਼ਾਨ ਸਾਹਿਬ ਨਹੀਂ ਲਾਇਆ, ਕਿਉਂਕਿ ਉਹ ਕਹਿੰਦੇ ਵੀ ਸਾਡਾ ਕੀ ਪਤਾ ਵੀ ਅੱਜ ਅਸੀਂ ਕਿਹੜਾ ਮੇਰ ਕਰਦੇ ਹਾਂ, ਅੱਜ ਹੈਗੇ ਹਾਂ ਕੱਲ੍ਹ ਨੂੰ ਨਹੀਂ ਹੈਗੇ। ਇਹ ਵੀ ਨਹੀਂ ਪਤਾ ਵੀ ਕੱਲ੍ਹ ਨੂੰ ਅਸੀਂ ਇਸ ਕੁੱਲੀ ਨੂੰ ਅੱਗ ਲਾ ਕੇ ਗਾਂਹ ਚੱਲ ਜਾਣਾ। ਜੇ ਮਨ ਦੇ ਵਿੱਚ ਹੰਕਾਰ ਪੈਦਾ ਹੋਣ ਲੱਗ ਗਿਆ, ਫੁਰਨਾ ਆ ਗਿਆ ਵੀ ਹਾਂ ਵੀ ਇਹ ਮੇਰੀ ਜਗ੍ਹਾ, ਜਦੋਂ ਆਉਣ ਲੱਗ ਜਾਂਦਾ ਸੀ ਉਦੋਂ ਉਸ ਕੁੱਲੀ ਨੂੰ ਅੱਗ ਲਾ ਕੇ ਗਾਂਹ ਚੱਲ ਜਾਂਦੇ ਸੀ। ਸੋ ਨਿਸ਼ਾਨ ਸਾਹਿਬ ਉਸ ਸਮੇਂ ਨਹੀਂ ਲੱਗਿਆ, ਕਿਉਂਕਿ ਉਸ ਟਾਈਮ ਕੋਈ ਲੰਗਰ ਪਾਣੀ ਦਾ ਪ੍ਰਬੰਧ ਨਹੀਂ ਸੀ। ਬਾਕੀ ਗੁਰੂ ਨਾਨਕ ਸਾਹਿਬ ਜੀ ਦਾ ਉਹ ਸਾਰਾ ਕੁਝ ਸਮਝਦੇ ਸੀ, ਆਪਣੀ ਮੇਰ ਨਹੀਂ ਕੀਤੀ, ਆਪਣਾ ਕੋਈ ਝੰਡਾ ਜਾਂ ਆਪਣਾ ਨਿਸ਼ਾਨ ਨਹੀਂ ਲਾਇਆ। ਗੁਰੂ ਨਾਨਕ ਦਾ ਨਿਸ਼ਾਨ ਤਾਂ ਅਸੀਂ ਖੁਦ ਹਾਂ, ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ। ਪੁੱਤਰ ਨਿਸ਼ਾਨ ਹੈ, ਅਸੀਂ ਖੁਦ ਨਿਸ਼ਾਨ ਹਾਂ। ਅਸੀਂ ਨਿਸ਼ਾਨ ਤੋਂ ਘੱਟ ਹਾਂ, ਅਸੀਂ ਨਿਸ਼ਾਨ ਬਣਨਾ ਹੈ। ਸੋ ਆਪਾਂ ਗੱਲ ਫੇਰ ਆਈਏ ਵੀ ਜਿੰਨੀ ਵੀ ਮਰਿਆਦਾ ਬਾਬਾ ਨਾਨਕ ਸਿੰਘ ਜੀ ਨੇ ਨਾਨਕਸਰ ਦੀ ਬਣਾਈ ਆ, ਉਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ। ਜੋ ਵੀ ਬਣਾਇਆ ਵਾ ਉਹ ਬਾਬਾ ਨਾਨਕ ਸਿੰਘ ਜੀ ਨੇ ਬਣਾਇਆ ਵਾ, ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ। ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਿਖਾਇਆ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਅਗਰ ਮਨਮਤ ਹੈ ਤਾਂ ਇਸ ਨੂੰ ਤੁਸੀਂ ਮਨਮਤ ਲਾ ਲਓ, ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਗੁਰਮਤ ਹੈ ਤਾਂ ਇਹ ਗੁਰਮਤ ਹੈ। ਸੋ ਇੰਨੀਆਂ ਕੁ ਬੇਨਤੀਆਂ ਸੀ। ਸੋ ਇਸ ਚੀਜ਼ ਨੂੰ ਆਪਾਂ ਕਿੰਤੂ ਪਰੰਤੂ ਵਾਲੇ ਪਾਸੇ ਜੇ ਲੈ ਕੇ ਜਾਣਾ ਤਾਂ ਲੈ ਸਕਦੇ ਹਾਂ, ਕੋਈ ਚੱਕਰ ਨਹੀਂ। ਅਤੇ ਬਾਕੀ ਨਿੰਦਕਾਂ ਦਾ ਤਾਂ ਤੁਹਾਨੂੰ ਪਤਾ ਹੀ ਆ, ਇੱਧਰ ਤਾਂ ਇੱਕ ਦਿਨ ਸਰੀਰ ਦੇ ਨਾਲ ਇਹਨਾਂ ਦਾ ਨਾਮ ਵੀ ਮਰ ਜਾਣਾ, ਅਤੇ ਜਿਹੜਾ ਸਾਧੂ ਦਾ ਨਾਮ ਤਾਂ ਸਾਰੀ ਉਮਰ ਰਹਿਣਾ। ਜਿਹਨੇ ਗੁਰੂ ਨਾਨਕ ਨੂੰ ਪਾਲਿਆ, ਜਿਹਨੇ ਉਸ ਬ੍ਰਹਮ ਦਾ ਗਿਆਨ ਕਰ ਲਿਆ, ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਦਾ, ਉਹ ਨਹੀਂ ਮਰਦਾ। ਮਰ ਜਾਣਾ ਇਹਨਾਂ ਨੇ। ਇਹ ਹਵਾ ਹੀ ਹੁੰਦੀ ਆ, ਕੁਛ ਸਮਾਂ ਆਉਂਦੀ ਆ, ਹਵਾ ਲੰਘ ਜਾਂਦੀ ਆ, ਫਿਰ ਮੌਸਮ ਚੇਂਜ ਹੋ ਜਾਂਦੇ ਆ। ਇਹ ਮੌਸਮ ਤਾਂ ਬਦਲਦੇ ਰਹੇ ਹੁਣ ਤੱਕ। ਇਹ ਨਿੰਦਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਛੱਡੀ, ਸਾਡਾ ਇਤਿਹਾਸ ਨਹੀਂ ਛੱਡਿਆ, ਕੋਈ ਸਾਧੂ ਮਹਾਤਮਾ ਨਹੀਂ ਛੱਡਿਆ, ਕਲਗੀਧਰ ਪਾਤਸ਼ਾਹ ਨਹੀਂ ਛੱਡੇ। ਉਹਨਾਂ ਦੀਆਂ ਇੰਨੇ ਵਿਆਹ ਸੀ, ਉਹਨਾਂ ਦੀ ਆਹ ਰਖੈਲ ਸੀ, ਉਹਨਾਂ ਦੀ ਉਹ ਸੀ, ਜੋ ਸੀ ਵੋ ਸੀ। ਖਾਲਸੇ ਦੀ ਮਾਤਾ ਦਾ ਖਿਤਾਬ ਉਹਨੂੰ ਨਹੀਂ ਮਿਲਣਾ ਚਾਹੀਦਾ ਸੀ, ਉਹਨੂੰ ਮਿਲਣਾ ਚਾਹੀਦਾ ਸੀ। ਉਹ ਆ ਗੁਰੂ ਨਾਨਕ ਸਾਹਿਬ ਜੀ ਨੂੰ ਨਿਕੰਮੇ ਸਾਬਤ ਕਰਤਾ, ਉਹ ਕਰਤਾ। ਸੋ ਇਹਨਾਂ ਨੇ ਤਾਂ ਬਹੁਤ ਗੱਲਾਂ ਕਰਨੀਆਂ। ਸੋ ਆਪਾਂ ਇਹਨਾਂ ਦੇ ਗੱਲਾਂ 'ਤੇ ਧਿਆਨ ਦੇਣਾ ਵਾ ਤਾਂ ਦੇ ਹੀ ਚੱਲੋ, ਘਾਟਾ ਭਾਈ ਤੁਹਾਡਾ ਹੀ ਆ। ਆਪਾਂ ਗੁਰੂ ਵਾਲੇ ਬਣਨਾ ਵਾ, ਗੁਰੂ ਦੇ ਪ੍ਰਤੀ ਭਾਵਨਾ ਰੱਖਣੀ ਆ। ਸਾਡਾ ਇੱਥੇ ਨਾ ਇਸੇ ਨਾਲ ਹੀ ਬੇੜੀ ਪਾਰ ਹੋਣੀ ਆ। ਸੋ ਜਿਹੜਾ ਕੋਈ ਗੁਰੂ ਦਾ ਨਾਨਕ ਦਾ ਨਾਮ ਜਪੂਗਾ, ਗੁਰੂ ਨਾਨਕ ਨੂੰ ਗੁਰੂ ਕਹੂਗਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹੂਗਾ, ਉਹਨੂੰ ਕੀ ਮਿਲੂਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਰਸਨਾ ਕਰੋ ਪਵਿੱਤਰ, ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।